सम्मेलन ਦੇ ਵਿੱਚ ਜਿਵੇਂ ਬੱਚੇ ਭੰਗੜਾ ਪਾ ਰਹੇ ਸੀ ਤੇ ਕੁਝ ਲੋਕਾਂ ਵੱਲੋਂ ਇਤਰਾਜ਼ ਕੀਤਾ ਗਿਆ। ਬੱਚੇ ਵਿਚਾਰੇ ਉਹਨਾਂ ਨੂੰ ਵਿੱਚ ਪ੍ਰੋਗਰਾਮ ਵੇਚ ਕੇ ਉਹਨੂੰ ਜਾਣਾ ਪਿਆ ਔਰ ਆਰਗੇਨਾਈਜ਼ਰ ਨੇ ਉਹਨਾਂ ਨੇ ਕਿਹਾ ਕਿ ਸਕੂਲੀ ਛੁੱਟੀਆਂ ਚੱਲ ਰਹੀਆਂ ਸੀ, ਉਹਦੇ ਬਾਵਜੂਦ ਬੱਚੇ ਬੜੀ ਰੀਝ ਦੇ ਨਾਲ ਤਿਆਰ ਹੋ ਕੇ ਆਏ ਸੀ ਕਿ ਚਲੋ ਇਹ ਇੱਕ ਧਾਰਮਿਕ ਪ੍ਰੋਗਰਾਮ ਨਹੀਂ ਹੈ, ਉਹਦੇ ਵਿੱਚ ਆਪਣੀ ਪਰਫਾਰਮੈਂਸ ਦਿਖਾਉਣਾ ਚਾਹੁੰਦੇ ਸੀ। ਜੋ ਇਤਰਾਜ਼ ਕੀਤਾ ਗਿਆ ਤੁਹਾਡੇ ਮੁਤਾਬਕ ਠੀਕ ਸੀ? ਗੁਰਬਾਣੀ ਦਾ ਵੀ ਫਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਏ। ਤੁਹਾਡੇ ਮੁਤਾਬਕ ਇਹ ਜਿਹੜਾ ਸਮਾਗਮ ਸੀ ਗੈਰ ਰਾਜਨੀਤਿਕ ਰਿਹਾ ਜਾਂ ਕੁਝ ਰਾਜਨੀਤਿਕ? ਬਾਕੀ ਇਸ ਤਰ੍ਹਾਂ ਹੁੰਦਾ ਕਿ ਜੋ ਸਮਾਜ ਦੇ ਵਿੱਚ ਅੱਗੇ ਲੱਗ ਕੇ ਜ਼ਿੰਮੇਵਾਰੀਆਂ ਚੁੱਕ ਕੇ ਕੋਈ ਕੰਮ ਕਰਦੇ ਨੇ ਤੇ ਉਹਨਾਂ ਦੀ ਸਮਾਜ ਦੇ ਵਿੱਚ ਪਹਿਚਾਣ ਆਪਣੇ ਆਪ ਹੋ ਜਾਂਦੀ। ਸਮਾਗਮ ਤੇ ਤਾਈਓ ਸਫਲ ਨਾ ਜੇ ਤਾਂ ਅਸੀਂ ਕੁਝ ਹਾਸਲ ਕਰ ਸਕੀਏ। ਇੱਥੇ ਆ ਕੇ ਬੁਲਾਰੇ ਬੋਲ ਕੇ ਚਲੇ ਗਏ, ਤੁਸੀਂ ਬੋਲੇ, ਲੇਕਿਨ ਉਹਨੂੰ ਇੰਪਲੀਮੈਂਟ ਕਿੱਦਾਂ ਕੀਤਾ ਜਾਏ? ਇਹ ਧਾਰਮਿਕ ਪ੍ਰੋਗਰਾਮ ਤੇ ਨਹੀਂ ਸੀ ਤੇ ਨਾਲ ਦੇ ਨਾਲ ਮੈਂ ਵੀ ਕਹਾਂਗਾ ਕਿ ਇਹ ਕਲਚਰਲ ਪ੍ਰੋਗਰਾਮ ਵੀ ਨਹੀਂ ਸੀ। ਤਰਾਈ ਦੇ ਵਿੱਚ ਪਹਿਲੀ ਵਾਰ ਸਿੱਖ ਸਮਾਜਿਕ ਸੰਮੇਲਨ ਆਯੋਜਿਤ ਕੀਤਾ ਗਿਆ ਹੈ ਵੀਰ ਖਾਲਸਾ ਸੇਵਾ ਸਮਿਤੀ ਰਾਮਪੁਰ ਵੱਲੋਂ। ਸੋ ਤਰਾਈ ਦੇ ਸਾਡੇ ਜਿੱਥੇ ਕੌਮ ਦੇ ਆਗੂ ਪਹੁੰਚੇ ਨੇ, ਉੱਥੇ ਤਰਾਈ ਦੀ ਸਾਡੀ ਸਭ ਤੋਂ ਵੱਡੀ ਜਿਹੜੀ ਸੰਸਥਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮੱਤਾ ਸਾਹਿਬ, ਉਹਨਾਂ ਦੇ ਕੁਝ ਡਾਇਰੈਕਟਰ ਸਾਹਿਬਾਨ ਵੀ ਇੱਥੇ ਪਹੁੰਚੇ ਨੇ। ਸਰਦਾਰ ਪ੍ਰਿਤਪਾਲ ਸਿੰਘ ਜੀ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਅਹਿਮ ਮੈਂਬਰ ਨੇ, ਉਹਨਾਂ ਨੇ ਵੀ ਆਪਣੇ ਵਿਚਾਰ ਇੱਥੇ ਦਿੱਤੇ ਨੇ। ਬਹੁਤ ਵਧੀਆ ਇੱਕ ਵਿਚਾਰ ਉਹਨਾਂ ਦੀ ਸ਼ਲਾਘਾ ਵੀ ਹੋਈ ਹੈ। ਸਾਂਝੇ ਤੌਰ ਤੇ ਸਭ ਨਾਲ ਫਤਿਹ ਦੀ ਸਾਂਝ ਕਰਦੇ ਹਾਂ ਤੇ ਫਿਰ ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿਤਪਾਲ ਸਿੰਘ ਜੀ, ਜੋ ਅੱਜ ਸੰਮੇਲਨ ਇੱਥੇ ਆਯੋਜਿਤ ਕੀਤਾ ਗਿਆ ਹੈ, ਤੁਸੀਂ ਵੀ ਆਪਣੇ ਇੱਥੇ ਵਿਚਾਰ ਦਿੱਤੇ ਹੈ, ਇਹਦੇ ਬਾਰੇ ਪਹਿਲੀ ਪ੍ਰਤੀਕਿਰਿਆ ਤੁਹਾਡੀ ਕੀ ਹੈ? ਸਾਡੇ ਕੋਲ ਨਿੱਜੀ ਤੌਰ ਤੇ ਇੱਥੋਂ ਦਾ ਸੱਦਾ ਪਹੁੰਚਿਆ ਸੀਗਾ ਤੇ ਬਹੁਤ ਚੰਗੀ ਗੱਲ ਹੈ ਜੀ। ਗੁਰਬਾਣੀ ਦਾ ਵੀ ਫਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਏ। ਸੋ ਉਸ ਆਸ਼ੇ ਨੂੰ ਸ਼ਾਇਦ ਇਹਨਾਂ ਨੇ ਮਨ ਦੇ ਵਿੱਚ ਰੱਖਿਆ ਹੋਏਗਾ ਤੇ ਸਿੱਖਾਂ ਦੇ ਇਸ ਇਕੱਠ ਨੂੰ ਬੁਲਾਇਆ ਗਿਆ ਤਾਂ ਕਿ ਸਿੱਖ ਸਮਾਜ ਦੇ ਵਿੱਚ ਜਿਹੜੀਆਂ ਕੁਝ ਕੁਰੀਤੀਆਂ ਜਾਂ ਪਰੇਸ਼ਾਨੀਆਂ ਜਾਂ ਸਮੱਸਿਆਵਾਂ ਜੋ ਸਾਡੇ ਸਮਾਜ ਦੇ ਸਾਹਮਣੇ ਜੋ ਚੈਲੰਜਸ ਨੇ, ਉਹਨਾਂ ਬਾਰੇ ਆਪਾਂ ਥੋੜ੍ਹਾ ਜਿਹਾ ਚਰਚਾ ਕਰੀਏ ਤੇ ਉਹਨਾਂ ਦੇ ਹੱਲ ਕਿਵੇਂ ਆਪਾਂ ਕੱਢ ਸਕਦੇ ਹਾਂ, ਇਹਦੇ ਬਾਰੇ ਵਿਚਾਰ ਮਿਲ ਜੁਲ। ਤੁਹਾਡੇ ਮੁਤਾਬਕ ਇਹ ਜਿਹੜਾ ਸਮਾਗਮ ਸੀ ਗੈਰ ਰਾਜਨੀਤਿਕ ਰਿਹਾ ਜਾਂ ਕੁਝ ਰਾਜਨੀਤਿਕ? ਜੀ ਇਹ ਗੈਰ ਰਾਜਨੀਤਿਕ ਸਮਾਗਮ ਹੀ ਸੀ। ਚਰਚਾ ਇਹ ਚੱਲ ਰਹੀ ਸੀ ਕਿ ਇਹ ਰਾਜਨੀਤਿਕ ਹੋ ਸਕਦਾ। ਰਾਜਨੀਤੀ ਦਾ ਮੈਨੂੰ ਤੇ ਇਹਦੇ ਵਿੱਚ ਕੋਈ ਪੱਖ ਹੁਣ ਤੱਕ ਨਜ਼ਰ ਨਹੀਂ ਆਇਆ। ਬਾਕੀ ਇਸ ਤਰ੍ਹਾਂ ਹੁੰਦਾ ਕਿ ਜੋ ਸਮਾਜ ਦੇ ਵਿੱਚ ਅੱਗੇ ਲੱਗ ਕੇ ਜ਼ਿੰਮੇਵਾਰੀਆਂ ਚੁੱਕ ਕੇ ਕੋਈ ਕੰਮ ਕਰਦੇ ਨੇ ਤੇ ਉਹਨਾਂ ਦੀ ਸਮਾਜ ਦੇ ਵਿੱਚ ਪਹਿਚਾਣ ਆਪਣੇ ਆਪ ਹੋ ਜਾਂਦੀ। ਕਿਤੇ ਨਾ ਕਿਤੇ ਤੁਸੀਂ ਇਸ ਪ੍ਰੋਗਰਾਮ ਨੂੰ ਸਫਲ ਮੰਨਦੇ ਹੋ? ਹਾਂਜੀ ਬਿਲਕੁਲ। ਇੱਥੇ ਸਮਾਜ ਦੇ ਕਾਫੀ ਵੱਡੇ ਹਿੱਸੇ ਦੇ ਵਿੱਚੋਂ ਚੰਗੇ ਉਦਗੇ ਆਗੂ ਇਲਾਕੇ ਦੇ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਸਨ। ਹਾਲ ਪੂਰਾ ਭਰਿਆ ਹੋਇਆ ਸੀਗਾ। ਬੜਾ ਵਧੀਆ ਇਹਨਾਂ ਦਾ ਉਪਰਾਲਾ ਹੈ। ਬਾਕੀ ਜਿਵੇਂ ਉਹਨਾਂ ਨੇ ਵੀ ਕਿਹਾ ਕਿ ਕਈ ਕਮੀਆਂ ਰਹਿ ਜਾਂਦੀਆਂ ਨੇ, ਕੁਝ ਕਮੀਆਂ ਹੋਈਆਂ ਵੀ ਨੇ, ਹੁੰਦੀਆਂ ਵੀ ਨੇ, ਜੋ ਅੱਗੇ ਸੁਧਾਰ ਹੋਣਾ। ਮੌਜੂਦਾ ਸਮੇਂ 'ਚ ਕਿੰਨਾ ਕੁ ਜ਼ਰੂਰੀ ਸਮਝਦੇ ਹੋ ਇਸ ਤਰ੍ਹਾਂ ਦੇ ਸੰਮੇਲਨ? ਦੇਖੋ ਜੀ, ਮੈਨੂੰ ਲੱਗਦਾ ਹੈ ਕਿ ਇਹ ਸਮਾਗਮ ਰੈਗੂਲਰ ਹੋਣੇ ਚਾਹੀਦੇ ਨੇ ਤੇ ਹੋਰ ਵਧੀਆ, ਹੋਰ ਸਿਸਟਮੈਟਿਕ ਤਰੀਕੇ ਦੇ ਨਾਲ ਹੋਣੇ ਚਾਹੀਦੇ ਨੇ ਤੇ ਉਸ ਤੋਂ ਬਾਅਦ ਇਹਦੀ ਆਊਟਪੁੱਟ ਦੇ ਉੱਪਰ ਵੀ ਸਾਨੂੰ ਚਰਚਾ ਕਰਨੀ ਚਾਹੀਦੀ ਹੈ ਤੇ ਅਗਲੇ ਉਪਰਾਲੇ ਵੀ। ਸਮਾਗਮ ਤੇ ਤਾਈਓ ਸਫਲ ਨਾ ਜੇ ਤਾਂ ਅਸੀਂ ਕੁਝ ਹਾਸਲ ਕਰ ਸਕੀਏ। ਇੱਥੇ ਆ ਕੇ ਬੁਲਾਰੇ ਬੋਲ ਕੇ ਚਲੇ ਗਏ, ਤੁਸੀਂ ਬੋਲੇ, ਲੇਕਿਨ ਉਹਨੂੰ ਇੰਪਲੀਮੈਂਟ ਕਿੱਦਾਂ ਕੀਤਾ ਜਾਏ, ਇਹਦੇ ਲਈ ਮੈਂ ਸਮਝਦਾ ਕਿ ਇਹ ਇਹਨਾਂ ਦਾ ਇੱਕ ਪਹਿਲਾ ਕਦਮ ਸੀਗਾ ਤੇ ਪਹਿਲਾ ਕਦਮ ਵੀ ਚੁੱਕਣਾ ਜ਼ਰੂਰੀ ਹੁੰਦਾ ਹੈ। ਪਰ ਮਸਲਾ ਹੈਗਾ ਕਿ ਪਹਿਲੇ ਕਦਮ ਤੇ ਰੁਕਣਾ ਜਿਹੜਾ ਹੈ ਉਹ ਫਿਰ ਗਲਤ ਹੋ ਜਾਂਦਾ ਹੈ। ਸੋ ਇਸ ਤੋਂ ਅੱਗੇ ਜਿਹੜੇ ਨੇ, ਮੈਂ ਵੀ ਅੱਜ ਆਪਣੀ ਸਟੇਜ ਤੋਂ ਗੱਲ ਰੱਖੀ ਸੀ ਕਿ ਇਸ ਪ੍ਰੋਗਰਾਮ ਨੂੰ, ਇਹ ਪ੍ਰੋਸੀਜਰ ਨੂੰ ਅੱਗੇ ਤੋਰਿਆ ਜਾਵੇ ਤੇ ਜਿੰਨਾ ਸਾਡਾ ਵੱਡਾ ਇਲਾਕਾ ਹੈਗਾ, ਸਾਰੇ ਸੰਸਥਾਵਾਂ, ਗੁਰਦੁਆਰੇ ਤੇ ਮਿਲ ਕੇ ਤੇ ਆਪਾਂ ਜੋ ਸਮਾਜ ਦੇ ਸਾਹਮਣੇ ਮੁਸ਼ਕਲਾਂ ਨੇ ਉਹਨੂੰ ਦੂਰ ਕਰਨ ਵਾਸਤੇ ਜ਼ਮੀਨੀ ਪੱਧਰ ਤੇ ਕੋਈ ਕੰਮ ਕਰੀਏ ਤਾਂ ਕਿ ਇਹਨਾਂ ਸੰਮੇਲਨਾਂ ਦੇ ਕੋਈ ਸੇ ਆਊਟਪੁੱਟ ਕੱਢ। ਇਸ ਸੰਮੇਲਨ ਦੇ ਵਿੱਚ ਜਿਵੇਂ ਬੱਚੇ ਭੰਗੜਾ ਪਾ ਰਹੇ ਸੀ ਤੇ ਕੁਝ ਲੋਕਾਂ ਵੱਲੋਂ ਇਤਰਾਜ਼ ਕੀਤਾ ਗਿਆ। ਬੱਚੇ ਵਿਚਾਰੇ ਉਹਨਾਂ ਨੂੰ ਵਿੱਚ ਪ੍ਰੋਗਰਾਮ ਵੇਚ ਕੇ ਉਹਨੂੰ ਜਾਣਾ ਪਿਆ ਔਰ ਆਰਗੇਨਾਈਜ਼ਰ ਨੇ ਉਹਨਾਂ ਨੇ ਕਿਹਾ ਕਿ ਸਕੂਲੀ ਛੁੱਟੀਆਂ ਚੱਲ ਰਹੀਆਂ ਸੀ, ਉਹਦੇ ਬਾਵਜੂਦ ਬੱਚੇ ਬੜੀ ਰੀਝ ਦੇ ਨਾਲ ਤਿਆਰ ਹੋ ਕੇ ਆਏ ਸੀ ਕਿ ਚਲੋ ਇਹ ਇੱਕ ਧਾਰਮਿਕ ਪ੍ਰੋਗਰਾਮ ਨਹੀਂ ਹੈ, ਉਹਦੇ ਵਿੱਚ ਆਪਣੀ ਪਰਫਾਰਮੈਂਸ ਦਿਖਾਉਣਾ ਚਾਹੁੰਦੇ ਸੀ। ਜੋ ਇਤਰਾਜ਼ ਕੀਤਾ ਗਿਆ ਤੁਹਾਡੇ ਮੁਤਾਬਕ ਠੀਕ ਸੀ? ਦੇਖੋ ਜੀ, ਮੈਂ ਬੜਾ ਓਪਨ ਹੋ ਕੇ ਇਸ ਗੱਲ ਦੇ ਉੱਤੇ ਆਪਣੀ ਗੱਲ ਰੱਖਾਂਗਾ। ਇਹ ਧਾਰਮਿਕ ਪ੍ਰੋਗਰਾਮ ਤੇ ਨਹੀਂ ਸੀ ਤੇ ਨਾਲ ਦੇ ਨਾਲ ਮੈਂ ਵੀ ਕਹਾਂਗਾ ਕਿ ਇਹ ਕਲਚਰਲ ਪ੍ਰੋਗਰਾਮ ਵੀ ਨਹੀਂ ਸੀ। ਇਹ ਇੱਕ ਸਮਾਜਿਕ ਪ੍ਰੋਗਰਾਮ ਸੀ ਜਿਹਦੇ ਵਿੱਚ ਸਮਾਜ ਦੇ ਬਹੁਤ ਗੰਭੀਰ ਮੁੱਦਿਆਂ ਦੇ ਉੱਤੇ ਵਿਚਾਰ ਡਿਸਕਸ਼ਨ ਚੱਲ ਰਹੇ ਸਨ। ਸੋ ਉਸ ਚੀਜ਼ ਨੂੰ ਅਵੋਇਡ ਕੀਤਾ ਜਾ ਸਕਦਾ ਸੀਗਾ ਤੇ ਉਹ ਸ਼ਾਇਦ ਹੋਰ ਜ਼ਿਆਦਾ ਬੈਟਰ ਹੁੰਦਾ। ਤੁਹਾਡੇ ਮੁਤਾਬਕ ਜਿਹੜਾ ਭੰਗੜੇ ਦਾ ਇਹਨਾਂ ਨੇ ਪ੍ਰੋਗਰਾਮ ਕੀਤਾ ਉਹ ਗਲਤ ਕੀਤਾ? ਦੇਖੋ ਜੀ, ਮੈਂ ਇਹਨੂੰ ਆਪਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਜਿਵੇਂ ਭਾਈ ਸਾਹਿਬ ਜੀ ਨੇ ਕਿਹਾ, ਵੀਰ ਅਨੂਪ ਸਿੰਘ ਜੀ ਨੇ ਹੁਣੇ ਕਿਹਾ, ਉਹ ਤਾਂ ਸਹਿਮਤੀ ਜਤਾ ਰਹੇ ਕਿ ਕੋਈ ਗਲਤ ਨਹੀਂ ਹੈ। ਦੇਖੋ ਜੀ, ਵੀਰ ਅਨੂਪ ਸਿੰਘ ਜੀ ਦੇ ਮੈਂ ਕਿਸੇ ਗੱਲ ਨੂੰ ਮੈਂ ਕੱਟਣਾ ਨਹੀਂ ਚਾਹੁੰਦਾ।
ਮਤਲਬ ਲੇਕਿਨ ਜੋ ਗੁਰਬਾਣੀ ਨੇ ਜੋ ਸਾਨੂੰ ਜਿੰਨੀ ਕੁ ਹੋ ਸਕਦਾ ਹੈ ਕਿ ਸਾਡੀ ਮਤ ਥੋੜੀ ਹੋਵੇ, ਮੈਨੂੰ ਇਹ ਲੱਗਦਾ ਸੀ ਕਿ ਜਿੰਨੇ ਗੰਭੀਰ ਮੁੱਦਿਆਂ ਦੇ ਉੱਪਰ ਡਿਸਕਸ਼ਨ ਚੱਲ ਰਿਹਾ ਸੀਗਾ ਉਹ ਉਸ ਲੜੀ ਨੂੰ ਉਸੇ ਗੰਭੀਰਤਾ ਦੇ ਨਾਲ ਪ੍ਰੋਗਰਾਮ ਕਰਨ ਤੋਂ ਬਾਅਦ ਵਿੱਚ ਲਾਸਟ ਵਿੱਚ ਉਹ ਭੰਗੜੇ ਵਾਲਾ ਪ੍ਰੋਗਰਾਮ ਨਹੀਂ, ਉਸ ਤੋਂ ਬਾਅਦ ਵੀ 3-4 ਬੁਲਾਰਿਆਂ ਨੇ ਆਪਦੀ ਗੱਲਾਂ ਰੱਖੀਆਂ ਨੇ। ਸੋ ਵਿਚਕਾਰ ਹੀ ਇਹ ਗੱਲਬਾਤ ਹੋਈ ਸੀਗੀ ਜੋ ਭੰਗੜੇ ਵਾਲਾ ਪ੍ਰੋਗਰਾਮ ਕੀਤਾ ਗਿਆ ਸੀਗਾ। ਸੋ ਮੇਰਾ ਇਹ ਮੰਨਣਾ ਹੈ ਕਿ ਜੇ ਅਸੀਂ ਉਸ ਗੰਭੀਰਤਾ ਨੂੰ ਉਸੇ ਤਰੀਕੇ ਨਾਲ ਮੇਨਟੇਨ ਰੱਖਦੇ ਤਾਂ ਸ਼ਾਇਦ ਅਸੀਂ ਆਊਟਪੁੱਟ ਹੋਰ ਜ਼ਿਆਦਾ ਵਧੀਆ ਕੱਢ ਸਕਦੇ। ਸੋ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਜੁੜੇ ਹੋਏ ਧਰਮ ਪ੍ਰਚਾਰ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮੱਤਾ ਸਾਹਿਬ ਦੇ ਡਾਇਰੈਕਟਰ ਪ੍ਰਿਤਪਾਲ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਵੀ ਇੱਥੇ ਦਿੱਤੇ ਆ। ਸੋ ਪ੍ਰੋਗਰਾਮ ਦੀ ਇਹਨਾਂ ਨੇ ਸ਼ਲਾਘਾ ਕੀਤੀ ਹੈ, ਲੇਕਿਨ ਜੋ ਉਹ ਭੰਗੜੇ ਦਾ ਵਿੱਚ ਪ੍ਰੋਗਰਾਮ ਇਹਨਾਂ ਨੇ ਕੀਤਾ ਗਿਆ ਉਹਦੇ ਥੋੜ੍ਹਾ ਜਿਹਾ ਇਹਨਾਂ ਨੇ ਕਿੰਤੂ ਪਰੰਤੂ ਕੀਤਾ ਕਿ ਉਹਦੇ ਤੋਂ ਵੀ ਆਰਗੇਨਾਈਜ਼ਰ ਨੂੰ ਜਿਹੜਾ ਹੈ ਸੰਕੋਚ ਕਰਨਾ ਚਾਹੀਦਾ ਸੀ। ਤੁਸੀਂ ਆਪਣੀ ਰਾਏ ਇਹਦੇ 'ਚ ਪਾ ਦਿਆ ਜੇ। ਸੋ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਹੋਰ ਜਿਹੜੇ ਲੋਕ ਪਹੁੰਚੇ ਹੋਏ ਨੇ ਸਾਡੇ ਪਤੋਂ ਦੇ ਸੱਜਣ, ਉਹਨਾਂ ਨਾਲ ਗੱਲ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ।